ਅਗਲਾ ਵਿਅੰਗ। ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਇੱਕ ਗੁਰਦੁਆਰੇ ਵਿੱਚ ਮੈਂ ਕਥਾ ਦੀ ਜ਼ਿੰਮੇਵਾਰੀ ਨਿਭਾ ਰਿਹਾ ਸਾਂ ਕਿ ਇੱਕ ਭਾਈ ਆ ਕੇ ਮੇਰੇ ਨਾਲ ਗੱਲੀ ਲੱਗ ਗਿਆ। ਉਸਨੇ ਲੰਗਰ ਗੁਰਦੁਆਰੇ ਵਿੱਚੋਂ ਛਕਿਆ। ਨੇੜੇ ਹੀ ਇੱਕ ਬੁੱਕ ਕੀਤੇ ਹਾਲ ਵਿੱਚ ਉਹਨਾਂ ਨੇ ਕੋਈ ਕਾਨਫਰੰਸ ਰੱਖੀ ਸੀ। ਜਦੋਂ ਉਸਨੇ ਮੇਰੇ ਨਾਲ ਕੁਝ ਗੱਲਾਂ ਕੀਤੀਆਂ ਤਾਂ ਕਾਫੀ ਪ੍ਰਭਾਵਿਤ ਹੋਇਆ। ਮੈਨੂੰ ਉਸਨੇ ਦੱਸਿਆ ਕਿ ਮੈਂ ਏਸ਼ੀਅਨ ਏਜ ਅਖਬਾਰ ਦਾ ਸੰਪਾਦਕ ਹਾਂ। ਅੱਜ ਸਾਡੀ ਇੱਥੇ ਵਿਚਾਰ ਚਰਚਾ ਹੋਣੀ ਹੈ। ਅਖਬਾਰ ਦੀਆਂ ਨੀਤੀਆਂ ਮੈਂ ਦੱਸਾਂਗਾ। ਫਿਰ ਜਿਨ੍ਹਾਂ ਨੂੰ ਮੇਰੀਆਂ ਨੀਤੀਆਂ ਪਸੰਦ ਆ ਗਈਆਂ ਅਖਬਾਰ ਦੀ ਆਰਥਿਕ ਮਦਦ ਕਰਨਗੇ। ਮੈਂ ਪੁੱਛ ਲਿਆ ਕਿ ਦਾਸ ਭੀ ਪੜ੍ਹਨ ਲਿਖਣ ਵਿੱਚ ਰੁਚੀ ਰੱਖਦਾ ਹੈ। ਮੈਂ ਇਕੱਠ ਵਿੱਚ ਤਾਂ ਭਾਵੇਂ ਨਹੀਂ ਆ ਸਕਾਂਗਾ, ਮੋਟੀਆਂ ਅਖਬਾਰ ਦੀਆਂ ਨੀਤੀਆਂ ਮੈਨੂੰ ਵੀ ਕੁਝ ਦੱਸ ਦਿਓ। ਉਹ ਭਾਈ ਕਹਿਣ ਲੱਗਿਆ, ਅਸਲ ਵਿੱਚ ਧਰਮ ਵਿੱਚ ਬਹੁਤ ਕੱਟੜਤਾ ਹੈ, ਸੰਕੀਰਣਤਾ ਹੈ, ਬਹੁਤ ਸਾਰੀਆਂ ਬੰਦਸ਼ਾਂ ਹਨ। ਇਸ ਕਰਕੇ ਅਸੀਂ ਧਰਮ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੇ। ਅਸੀਂ ਸਿਰਫ ਪੰਜਾਬੀ ਦੇ ਪਹਿਰੇਦਾਰ ਹਾਂ, ਪੰਜਾਬੀ ਵਾਸਤੇ ਕੰਮ ਕਰਦੇ ਹਾਂ, ਪੰਜਾਬੀ ਅਖਵਾਉਣਾ ਹੀ ਅਸੀਂ ਪਸੰਦ ਕਰਦੇ ਹਾਂ। ਮੈਂ ਉਸ ਨੂੰ ਸਵਾਲ ਕੀਤਾ, ਤੁਹਾਡੀ ਹੁਣ ਤੱਕ ਦੀ ਪੰਜਾਬੀ ਨੂੰ ਕੀ ਦੇਣ ਹੈ? ਅੱਗੋਂ ਵਾਸਤੇ ਕੀ ਖਾਕਾ ਤਿਆਰ ਕੀਤਾ ਹੈ? ਉਂਝ ਮੈਂ ਤੁਹਾਨੂੰ ਨਾਲ ਹੀ ਯਾਦ ਕਰਵਾ ਦਿਆਂ ਕਿ ਗੁਰਬਾਣੀ ਨੇ ਕੱਟੜਤਾ, ਜਾਤ ਪਾਤ, ਊਚ ਨੀਚ ਵਿੱਚੋਂ ਹਰ ਇਨਸਾਨ ਨੂੰ ਮੁਕਤ ਕੀਤਾ ਹੈ, ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਹੈ। ਇਹ ਕੱਟੜਤਾ ਤੁਹਾਡੇ ਦਿਮਾਗ 'ਚ ਤਾਂ ਹੋ ਸਕਦੀ ਹੈ, ਪਰ ਗੁਰਬਾਣੀ ਨੇ ਸਾਨੂੰ ਕੱਟੜਤਾ ਨਹੀਂ ਸਿਖਾਈ। ਗੁਰਦੁਆਰੇ ਵਿੱਚ ਜਾਣ 'ਤੇ ਕਿਸੇ ਨੂੰ ਰੋਕ ਕੇ ਲੰਗਰ ਗੁਰਦੁਆਰੇ ਵਿੱਚ ਜਾਣ 'ਤੇ ਕਿਸੇ ਨੂੰ ਰੋਕ ਨਹੀਂ। ਲੰਗਰ ਸਾਰਿਆਂ ਲਈ ਪੰਗਤ ਵਿੱਚ ਇਕਸਾਰਤਾ ਨਾਲ ਛਕਾਇਆ ਜਾਂਦਾ ਹੈ। ਨੀਵੇਂ ਆਖੇ ਗਏ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ। ਕੱਟੜਤਾ ਜਾਂ ਸੰਕੀਰਣਤਾ ਇੱਥੇ ਕਿਤੇ ਵੀ ਨਹੀਂ ਲੱਭੇਗੀ। ਜਿੰਨੀ ਕੁ ਹੈ ਇਹ ਪ੍ਰਬੰਧਕਾਂ ਦੀ ਬਣਾਈ ਤਾਂ ਹੋ ਸਕਦੀ ਹੈ, ਪਰ ਗੁਰਬਾਣੀ ਵੱਲੋਂ ਕੋਈ ਕੱਟੜਤਾ ਨਹੀਂ ਹੈ। ਤੁਸੀਂ ਗੁਰੂ ਦਰਬਾਰ ਦੀ ਵਿਰੋਧਤਾ ਵਿੱਚ ਗੱਲਾਂ ਕਰ ਰਹੇ ਹੋ, ਪਰ ਹੁਣੇ ਪ੍ਰਸ਼ਾਦਾ ਗੁਰਦੁਆਰੇ ਤੋਂ ਛਕ ਕੇ ਆਏ ਹੋ। ਕਮੀਆਂ ਦੂਰ ਕਰਨ ਵਾਸਤੇ ਯਤਨ ਕਰਨਾ ਅੱਛੀ ਬਾਤ ਹੈ। ਸੱਚਾਈ ਤੋਂ ਹੀ ਮੁਨਕਰ ਹੋ ਜਾਣਾ ਬਹੁਤ ਬੁਰੀ ਗੱਲ ਹੈ। ਉਸ ਸੰਪਾਦਕ ਨੇ ਮੈਨੂੰ ਵਿਚਕਾਰੋਂ ਟੋਕ ਕੇ ਕਿਹਾ, ਤੁਸੀਂ ਸਿਰਫ ਧਰਮ ਦੀ ਗੱਲ ਕਰਦੇ ਹੋ, ਕੀ ਧਰਮ ਤੋਂ ਬਾਹਰ ਗੱਲ ਚੰਗੀ ਨਹੀਂ ਹੁੰਦੀ? ਉਸ ਦਾ ਜਵਾਬ ਦਿੰਦਿਆਂ ਮੈਂ ਕਿਹਾ ਕਿ ਗੱਲ ਹੋ ਰਹੀ ਹੈ ਪੰਜਾਬੀ ਬੋਲੀ ਅਤੇ ਸਿੱਖ ਧਰਮ ਦੀ। ਧਰਮ ਤੋਂ ਬਾਹਰ ਬਹੁਤ ਕੁਝ ਚੰਗਾ ਹੈ। ਰੁੱਖਾਂ, ਬਿਰਖਾਂ, ਜੀਵਾਂ, ਜੰਤੂਆਂ ਆਦਿ ਦਾ ਸਿੱਧਾ ਕੋਈ ਧਰਮ ਨਹੀਂ ਹੈ, ਪਰ ਫਿਰ ਵੀ ਇਹ ਬਹੁਤ ਚੰਗੇ ਨੇ। ਅਸਲ ਵਿੱਚ ਜਿਵੇਂ ਮਨੁੱਖੀ ਗਿਆਨ ਵਿਕਾਸ ਕਰਦਾ ਹੈ, ਉਸ ਨੂੰ ਸਮਝ ਆਉਣ ਲੱਗਦੀ ਹੈ ਕਿ ਮੇਰੇ ਵਾਸਤੇ ਕੀ ਚੰਗਾ ਹੈ, ਕੀ ਬੁਰਾ ਹੈ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਸੂਰਜ, ਚੰਦ, ਧਰਤੀ ਆਦਿ ਨੂੰ ਵੀ ਧਰਮੀ ਸਵੀਕਾਰ ਕੀਤਾ ਹੈ, ਭਾਵ ਕਿ ਇਹ ਸਾਰੇ ਸ੍ਰਿਸ਼ਟੀ ਦੀਆਂ ਅਨੰਤ ਲੋੜਾਂ ਪੂਰੀਆਂ ਕਰਦੇ ਹਨ। ਇਹੀ ਸੇਵਾ ਕਰਨੀ ਇਹਨਾਂ ਦਾ ਧਰਮ ਹੈ। ਵੈਸੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ, ਜੇ ਪੰਜਾਬੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਨੂੰ ਵੱਖ ਕਰ ਦਈਏ, ਜੇ ਗੁਰਬਾਣੀ ਰੂਪੀ ਖਜ਼ਾਨਾ ਵਿਸਾਰ ਦਈਏ, ਸਿੱਖ ਯੋਧਿਆਂ ਦੇ ਫਖਰਯੋਗ ਕਾਰਨਾਮੇ ਭੁਲਾ ਦਈਏ, ਗੁਰੂ ਸਾਹਿਬ ਵੱਲੋਂ ਕੀਤੇ ਪਰਉਪਕਾਰ ਨੂੰ ਵਿਸਾਰ ਦਈਏ, ਫਿਰ ਪੰਜਾਬ ਜਾਂ ਪੰਜਾਬੀ ਕੋਲ ਲੱਚਰ ਕਵਿਤਾਵਾਂ, ਨਾਵਲ, ਕਿੱਸੇ ਆਦਿ ਹੀ ਹੋਣਗੇ। ਹੋਰ ਭਲਾ ਇੱਥੇ ਕੀ ਹੋਵੇਗਾ? ਉਹਨਾਂ ਕਿੱਸਿਆਂ ਵਿੱਚੋਂ ਕਿਹੋ ਜਿਹਾ ਜੀਵਨ ਸਮਾਜ ਨੂੰ ਮਿਲੇਗਾ? ਕਦੀ ਸੋਚ ਕੇ ਵੇਖਿਆ? ਸੰਪਾਦਕ ਕਹਿਣ ਲੱਗਿਆ, ਧਰਮ ਨੂੰ ਨਾ ਮੰਨਣ ਵਾਲੇ ਵੀ ਬਹਾਦਰ ਹਨ, ਨਾਸਤਿਕ ਲੋਕ ਵੀ ਸ਼ਹੀਦੀਆਂ ਪਾਉਂਦੇ ਰਹੇ ਹਨ। ਸਰਦਾਰ ਭਗਤ ਸਿੰਘ, ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ ਕਿੱਡੇ ਸਤਿਕਾਰਯੋਗ ਸ਼ਹੀਦ ਹੋਏ ਨੇ। ਮੈਂ ਉਸ ਨੂੰ ਆਖਿਆ, 3 ਬਹਾਦਰਾਂ ਦਾ ਨਾਮ ਗਿਣ ਕੇ ਚੁੱਪ ਕਿਉਂ ਹੋ ਗਏ? ਹੋਰ ਕੋਈ ਪੰਜਾਬੀ ਸ਼ਹੀਦ ਯਾਦ ਨਹੀਂ ਆਇਆ ਜਾਂ ਸ਼ਹੀਦ ਹੋਇਆ ਹੀ ਨਹੀਂ? ਸਿੱਖ ਧਰਮ ਨੂੰ ਮੰਨਣ ਵਾਲੇ ਸ਼ਹੀਦਾਂ ਦੇ ਅਗਰ ਮੈਂ ਨਾਮ ਗਿਣਾਉਣ ਲੱਗ ਪਵਾਂ ਤਾਂ ਗਿਣਤੀ ਮੁੱਕ ਜਾਵੇਗੀ, ਨਾਮ ਖਤਮ ਨਹੀਂ ਹੋਣਗੇ। ਅਸਲ ਵਿੱਚ ਧਰਮ ਨਾਲੋਂ ਨਾਤਾ ਤੋੜ ਕੇ ਤੁਸੀਂ ਲੋਕ ਜਦੋਂ ਪੰਜਾਬੀ ਦਾ ਢੋਲ ਵਜਾਉਂਦੇ ਹੋ, ਤੁਹਾਡਾ ਮਕਸਦ ਹੁੰਦਾ ਹੈ ਵਿਵਚਾਰ ਕਰੋ, ਸ਼ਰਾਬਾਂ ਪੀਓ, ਰਿਸ਼ਵਤਾਂ ਲਵੋ, ਠੱਗੀਆਂ ਮਾਰੋ। ਵਿਚਾਰੀ ਪੰਜਾਬੀ ਨੇ ਤਾਂ ਇਹਨਾਂ ਬੁਰੇ ਕੰਮਾਂ ਤੋਂ ਰੋਕਣਾ ਨਹੀਂ। ਜੇ ਵਿਚਕਾਰ ਧਰਮ ਆ ਗਿਆ ਤਾਂ ਬਦਕਾਰੀਆਂ ਤੋਂ ਮੁੜਨਾ ਪਵੇਗਾ। ਇਸ ਲਈ ਤੁਸੀਂ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਵਾਸਤੇ ਪੰਜਾਬੀ ਹਤੈਸ਼ੀ ਹੋਣ ਦਾ
ਢੋਂਗ ਤਾਂ ਕਰ ਰਹੇ ਹੋ, ਅਸਲ ਪੰਜਾਬੀ ਹਿਤੈਸ਼ੀ ਤਾਂ ਗੁਰੂ ਸਾਹਿਬਾਨ ਸਨ, ਜਿਨ੍ਹਾਂ ਨੇ ਮਰ ਰਹੀ ਪੰਜਾਬੀ ਬੋਲੀ ਨੂੰ ਗੁਰਬਾਣੀ ਰਾਹੀਂ ਅਮਰ ਕਰ ਦਿੱਤਾ, ਪੰਜਾਬ ਨੂੰ ਜਿਉਣ ਜੋਗਾ ਬਣਾ ਦਿੱਤਾ, ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ, ਨੀਵਿਆਂ ਨੂੰ ਉੱਚੇ ਕਰ ਦਿੱਤਾ, ਕਮੀਆਂ ਕਮੀਣੀਆਂ ਨੂੰ ਸਰਦਾਰ ਬਣਾ ਦਿੱਤਾ। ਇਕੱਲੀ ਪੰਜਾਬੀ ਨੂੰ ਪਿਆਰ ਕਰਨ ਦਾ ਖੇਖਣ ਕਰਨ ਵਾਲੇ ਉਹ ਸਿੱਖ ਵੀ ਪੰਜਾਬੀ ਹੀ ਹਨ, ਇਹ ਕਿਤੋਂ ਬਾਹਰੋਂ ਨਹੀਂ ਆਏ। ਏਸ਼ੀਅਨ ਏਜ ਅਖਬਾਰ ਦਾ ਸੰਪਾਦਕ ਦੁਬਾਰਾ ਸ਼ਾਇਦ ਉਸ ਗਲੀ ਦੇ ਵਿੱਚੋਂ ਦੀ ਵੀ ਨਾ ਲੰਘਿਆ ਹੋਵੇ ਜਿਸ ਗਲੀ ਵਿੱਚ ਮੈਂ ਗੁਰਦੁਆਰੇ ਦੀ ਸੇਵਾ ਨਿਭਾ ਰਿਹਾ ਸਾਂ। ਚੁੱਪਚਾਪ ਤੁਰਦਾ ਬਣਿਆ ਤੇ ਮੁੜ ਕੇ ਕਦੀ ਮੇਰੇ ਮੱਥੇ ਨਹੀਂ ਲੱਗਿਆ। ਕੁਝ ਇੱਕ ਦਾਇਰੇ 'ਚ ਸੀਮਤ ਰਹਿ ਕੇ ਇਹ ਲੋਕ ਕੰਮ ਕਰਦੇ ਨੇ। ਸਟੱਡੀ ਕਰਨ ਤੋਂ ਬਿਨਾਂ ਕੋਈ ਰੇਡੀਓ ਚਲਾਉਣ ਲੱਗ ਪੈਂਦਾ, ਡੂੰਘਾ ਅਧਿਐਨ ਕਰਨ ਤੋਂ ਬਿਨਾਂ ਕੋਈ ਟੀਵੀ ਚੈਨਲ ਚਲਾ ਕੇ ਬਹਿ ਜਾਂਦਾ, ਕੋਈ ਅਖਬਾਰ ਦਾ ਸੰਪਾਦਕ ਬਣ ਜਾਂਦਾ ਤੇ ਕੋਈ ਖਬਰਾਂ ਦਾ ਪੱਤਰਕਾਰ ਬਣ ਜਾਂਦਾ, ਪਰ ਗਿਆਨ ਨਾਮ ਦੀ ਚੀਜ਼ ਘੱਟ ਤੋਂ ਘੱਟ ਹੁੰਦੀ ਹੈ। ਇਸ ਕਰਕੇ ਇਹ ਪੈਸੇ ਤਾਂ ਕਮਾ ਲੈਂਦੇ ਨੇ ਪਰ ਸਮਾਜ ਦਾ ਭਲਾ ਘੱਟ ਤੋਂ ਘੱਟ ਕਰਦੇ ਨੇ। ਕੋਈ ਵਿਰਲਾ ਟਾਮਾ ਹੋਵੇਗਾ ਜਿਹੜਾ ਆਪਣੇ ਇਸ ਮਾਧਿਅਮ ਦੇ ਰਾਹੀਂ ਸਮਾਜ ਦਾ ਭਲਾ ਕਰਦਾ ਹੈ। ਤੁਸੀਂ ਵੀ ਇਸ ਵਿਸ਼ੇ ਤੇ ਜ਼ਰੂਰ ਸੋਚਿਓ ਕਿ ਸੱਚਮੁੱਚ ਸਾਡੇ ਪੱਤਰਕਾਰ ਸਾਨੂੰ ਕੁਝ ਨਵਾਂ ਗਿਆਨ ਦੇ ਰਹੇ ਨੇ। ਅੱਜ ਤਾਂ ਆਲੇ ਦੁਆਲੇ ਆਪਾਂ ਖੁੱਲ੍ਹ ਕੇ ਚੰਗੀ ਤਰ੍ਹਾਂ ਵੇਖ ਰਹੇ ਹਾਂ, ਰੋਜ਼ਾਨਾ ਚਰਚਾ ਹੁੰਦੀ ਹੈ ਕਿ ਮੀਡੀਆ ਸਾਰਾ ਵਿਕਾਊ ਹੋ ਚੁੱਕਿਆ ਹੈ। ਇਹਨੂੰ ਗੋਦੀ ਮੀਡੀਆ ਕਹਿੰਦੇ ਨੇ, ਜਿਹੜਾ ਕਿ ਸਰਕਾਰ ਦੇ ਤਲੀਏ ਚੱਟ ਰਿਹਾ ਹੈ, ਸਰਕਾਰ ਦੇ ਮੁਤਾਬਕ ਬੋਲ ਰਿਹਾ ਹੈ। ਆਮ ਲੋਕਾਂ ਦੀ ਆਵਾਜ਼ ਉਹ ਨਹੀਂ ਬਣ ਕੇ ਆ ਸਕਿਆ। ਇਸੇ ਕਰਕੇ ਉਹ ਜੋ ਸਰਕਾਰ ਕਹਿੰਦੀ ਹੈ ਉਹਦੇ ਮੁਤਾਬਕ ਪ੍ਰਚਾਰ ਕਰਦੇ ਨੇ ਤੇ ਖੂਬ ਪੈਸੇ ਕਮਾਉਂਦੇ ਨੇ। ਅੱਜ ਚਾਰੇ ਪਾਸੇ ਗੋਦੀ ਮੀਡੀਏ ਦਾ ਬੋਲਬਾਲਾ ਹੈ। ਆਖੋ ਸਤਨਾਮ।